ਹੁਣ तक कांग्रेस च रहे 2021 तक इन बिटवीन कदे टिकट की मंग ही नहीं की ਜਾਂ टिकट उदों मिली ही नहीं क्योंकि कांग्रेस ਨੂੰ भी तो कैंडीडेट चाहिए सी बादलों के खिलाफ। ਕਾਂਗਰਸ ਨੂੰ ਕੈਂਡੀਡੇਟ ਮੈਂ ਸਮਝਦਾ ਕੋਈ ਨਹੀਂ ਚਾਹੀਦਾ ਹੋਣਾ, ਕੋਈ ਇਹੋ ਜਿਹੀਆਂ ਗੱਲਾਂ ਕਰਦੇ ਸਨ। ਮੈਂ ਟਿਕਟ ਨਹੀਂ ਕਦੇ ਵੀ ਮੰਗੀ। ਅੱਜ ਇੱਥੋਂ ਤੱਕ ਗੱਲ ਹੋਈ ਹੈ, ਨਾ ਮੈਂ ਕੋਈ ਟਿਕਟ ਮੰਗੀ ਹੈ ਤੇ ਨਾ ਹੀ ਉਹਨਾਂ ਨੇ ਦਿੱਤੀ ਹੈ। ਕਾਂਗਰਸ ਸੰਜੀਦਾ ਨਹੀਂ ਸੀ ਇਸ ਹਲਕੇ ਨੂੰ ਲੈ ਕੇ। ਇੰਜ ਤਾਂ ਨਹੀਂ ਲੱਗਦਾ ਸੀਗਾ ਕਿ ਜੇ ਪੇਚਾ ਕਿਉਂਕਿ ਖੁੱਡੀਆਂ ਨਾਲ ਬਾਦਲਾਂ ਦਾ ਪੈ ਗਿਆ ਤਾਂ ਕੋਈ ਰਿਜ਼ਲਟ ਜਿਹੜੇ ਨੇ ਹੋਰ ਆ ਸਕਦੇ ਨੇ। ਉਹ ਜਿਹੜੀ ਗੱਲ ਰਾਜਾ ਵੜਿੰਗ ਅੱਜ ਕਾਂਗਰਸ 'ਚ ਹੁੰਦਿਆ ਕਰਦੇ ਨੇ ਕਿ ਮਿਲ ਕੇ ਖੇਡਦੇ ਰਹੇ ਨੇ, ਬਾਦਲ ਸਾਰੇ ਹਾਰ ਗਏ ਨੇ। ਪਿਛਲੀ ਵਾਰ ਵੀ ਕੰਮ ਹੋ ਸਕਦਾ ਸੀ ਜੇ ਉਹ ਚਾਹੁੰਦੇ, ਪਰ ਉਹਨਾਂ ਨੇ ਪਾਸੇ ਕਰਨਾ ਚਾਹਿਆ। ਇਹ ਕੇਜਰੀਵਾਲ ਹੋਰੀ ਜ਼ਰੂਰ ਸਮਝ ਗਏ ਸੀਗੇ ਵੀ ਕੁਛ ਨਾ ਕੁਛ ਹੋ ਸਕਦਾ। ਉਹਨਾਂ ਨੇ ਮੈਨੂੰ ਬੁਲਾਇਆ, ਗੱਲਬਾਤ ਚੱਲੀ, ਉਹ ਤਾਂ ਸਵੈਕੀ ਗੱਲਾਂ ਬਾਤਾਂ ਹੋਣ ਲੱਗੀਆਂ। ਉਸ ਤੋਂ ਬਾਅਦ ਦੁਬਾਰੇ ਜਦੋਂ ਮੈਨੂੰ ਕਹਿੰਦੇ ਵੀ ਤੁਸੀਂ ਆ ਜਾਓ ਮੇਰੇ ਨਾਲ, ਕਿੱਥੋਂ ਲੜਨਾ ਚਾਹੋਗੇ? ਮੈਂ ਹੀ ਲੜਨ ਨੂੰ ਕਿੱਥੋਂ ਸੌਖਾ ਹੈ, ਮੈਂ ਹੀ ਸੌਖਾ ਤਾਂ ਮੌੜ ਹਲਕਾ ਬਹੁਤ। ਅੱਜ ਮੌੜ ਦਾ ਜਿਹੜਾ ਉਮੀਦਵਾਰ ਮੇਰੇ ਨਾਲ 30-32 ਹਜ਼ਾਰ 'ਤੇ ਜਿੱਤਿਆ, ਉਹ ਮੈਂ ਵੀ ਇਸ 'ਤੇ ਹੁੰਦਾ। ਹੱਸ ਜੇ ਪਏ ਮੈਨੂੰ ਕਹਿੰਦੇ, ਪਰ ਮੈਂ ਕਿਹਾ ਨਹੀਂ ਜੀ, ਇਲੈਕਸ਼ਨ ਤਾਂ ਲੜੂ ਲੰਬੀ ਤੋਂ ਜਦੋਂ ਕਦੇ ਲੜਿਆ। ਮੇਰੀ ਬਹੁਤ ਲੰਮੇ ਸਮੇਂ ਦੀ ਉਹਨਾਂ ਨਾਲ ਸੰਘਰਸ਼ ਹੈ, ਲੜਾਈ ਹੈ। ਜਿਹੜਾ ਕੁਝ ਉਹਨਾਂ ਦੇ ਕਰੈਕਟਰ 'ਚ ਸੀ, ਕਹਿੰਦੇ ਚੇਅਰਮੈਨ ਹੁੰਦਿਆਂ ਰਕਸ਼ੇ ਤੇ ਚਲੇ ਜਾਂਦੇ ਸੀ ਦਫ਼ਤਰ, ਕਹਿੰਦੇ ਬੱਸ ਲੈ ਲੈਂਦੇ ਸੀ, ਕਹਿੰਦੇ ਕਾਰ ਘਰੇ ਖੜੀ ਹੈ ਯਾਰ, ਕਿਉਂ ਐਵੇਂ ਉਹ ਤੇਲ ਫੂਕਣਾ, ਬੱਸ ਜਦੋਂ ਉੱਥੇ ਆਉਂਦੀ ਆ। ਕੁਛ ਉਹੋ ਜਿਹਾ ਕਰੈਕਟਰ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਵੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ 'ਚ ਵੱਡੀ ਜ਼ਿੰਮੇਵਾਰੀ ਮਿਲਦੀ ਹੈ। ਭਾਈ ਜੀ ਵੇਖੋ, ਜ਼ਿੰਮੇਵਾਰੀ ਸਮਾਂ ਉਹ ਸਮਾਂ ਤੇ ਹੁਣ ਸਮੇਂ ਦਾ ਬਹੁਤ ਫਰਕ ਵੀ ਹੋ ਗਿਆ। ਜਿਹੜੀ ਜ਼ਿੰਮੇਵਾਰੀ ਹੋਊਗੀ ਉਹ ਮੈਂ ਬਿਲਕੁਲ ਜਥੇਦਾਰ ਜੀ ਵਾਂਗੂ ਪੂਰੀ ਇਮਾਨਦਾਰੀ ਨਾਲ ਨਿਭਾਊਂਗਾ। ਕਦੇ ਕੋਈ ਦੁਨੀਆ ਦਾ ਬੰਦਾ ਉਂਗਲ ਨਹੀਂ ਰੱਖ ਸਕੂਗਾ ਵੀ ਗੁਰਮੀਤ ਸਿੰਘ ਨੇ ਅੱਜ, ਚਾਹੇ ਮੇਰੀ MLA ਦੀ ਜ਼ਿੰਮੇਵਾਰੀ ਹੈ। ਮੈਂ ਹੁਣ ਵੀ ਜਿਹੜੇ ਮੇਰੇ ਅਫਸਰ ਸਾਹਿਬਾਨ ਆ ਕੇ ਮਿਲ ਕੇ ਜਾਂਦੇ, ਮੈਨੂੰ ਕਹਤਾ ਵੀ 1 ਰੁਪਈਏ ਦਾ ਲੈਣ ਦੇਣ ਨਹੀਂ ਹੋਣਾ। ਮੇਰੀ ਨਾਰਾਜ਼ਗੀ ਬਾਅਦ 'ਚ ਹੋਊ ਤੁਹਾਡੇ ਨਾਲ ਜੇ ਕੋਈ ਗਲਤ ਗੱਲ ਹੋ ਗਈ। ਜੇ ਕੋਈ ਮੇਰਾ ਨਾਂ ਲੈ ਕੇ ਇਹੋ ਜਿਹੀ ਗੱਲ ਕਰਦਾ, ਤੁਸੀਂ ਚਾਹੇ ਉਹਦੇ 'ਤੇ ਪਰਚਾ ਕੱਢ ਦਿਓ, ਚਾਹੇ ਮੈਨੂੰ ਪਹਿਲਾਂ ਸੰਪਰਕ ਕਰਕੇ ਨਿਬੇੜ ਦਿਓ। ਵਿਧਾਨ ਸਭਾ ਬਾਦਲ ਫਰੀ ਹੈ। ਵਿਧਾਨ ਸਭਾ ਵਿੱਚ ਕੋਈ ਜੀਜਾ ਸਾਲਾ ਨਹੀਂ, ਕੋਈ ਚਾਚਾ ਭਤੀਜਾ ਨਹੀਂ, ਕੋਈ ਇਸ ਤਰ੍ਹਾਂ ਦੀ ਜਵਾਈ ਨਹੀਂ। ਇਹੋ ਜਿਹੇ ਰਿਸ਼ਤੇਦਾਰਾਂ ਦੀ ਵਿਧਾਨ ਸਭਾ ਨਹੀਂ। ਵਿਧਾਨ ਸਭਾ ਲੋਕਾਂ ਦੇ ਚੁਣੇ ਹੋਏ ਸਧਾਰਨ ਲੋਕਾਂ ਦੇ ਨੁਮਾਇੰਦੇ। ਬੀਤੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਸੀ ਲੰਬੀ ਤੋਂ ਜੋ ਜਿੱਤ ਕੇ ਆਏ ਨੇ ਗੁਰਮੀਤ ਸਿੰਘ ਖੁੱਡੀਆਂ। ਜੇਕਰ ਇਤਿਹਾਸ ਵੇਖੀਏ ਤਾਂ ਖੁੱਡੀਆਂ ਪਰਿਵਾਰ ਬੜੇ ਚਿਰ ਦਾ ਸੰਘਰਸ਼ ਦੇ ਵਿੱਚ ਹੈ, ਬਹੁਤ ਟਾਈਮ ਜਿਹੜਾ ਹੈਗਾ ਉਹ ਸੰਘਰਸ਼ ਦੇ ਵਿੱਚ ਬਿਤਾਇਆ। ਅੱਜ ਸਾਡੇ ਨਾਲ ਗੁਰਮੀਤ ਸਿੰਘ ਖੁੱਡੀਆਂ ਹੋਰੀ ਨੇ। ਖੁੱਡੀਆਂ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਜਗਬਾਣੀ ਤੇ ਤੁਹਾਡਾ। ਬਹੁਤ ਮਿਹਰਬਾਨੀ ਜੀ, ਆਇਆਂ ਨੂੰ ਤੁਸੀਂ ਆ ਕੇ ਦਰਸ਼ਨ ਦਿੱਤੇ, ਤਾਂ ਸਾਰੇ ਲੋਕਾਂ ਨਾਲ ਗੱਲਬਾਤ ਸਾਂਝੀ ਕਰਨ ਦਾ ਮੌਕਾ ਦਿੱਤਾ। ਖੁੱਡੀਆਂ ਸਾਹਿਬ, ਸਭ ਤੋਂ ਪਹਿਲਾਂ 2 ਸ਼ਬਦਾਂ 'ਚ ਜਿੱਤ ਨੂੰ ਵੇਖਦੇ ਕਿਵੇਂ ਹੋ? ਜਿੱਤ ਤਾਂ ਵੈਸੇ ਜਿੱਤ ਹੁੰਦੀ ਹੈ ਜਦੋਂ ਕੋਈ ਵੀ ਬੰਦਾ ਇਲੈਕਸ਼ਨ ਲੜਦਾ ਤੇ ਉਹ ਜਿੱਤ ਮੰਨ ਕੇ ਚੱਲਦਾ ਹੈ। ਲੰਬੀ ਹਲਕੇ ਦੇ ਲੋਕਾਂ ਨੇ ਜਿਹੜਾ ਇਹ ਐਤਕੀ ਫੈਸਲਾ ਕੀਤਾ ਬੜਾ ਇਤਿਹਾਸਕ ਹੈ। ਮੈਂ ਵੀ ਕਹੂੰ ਜੇ 1999 ਤੋਂ ਬਾਅਦ ਪਹਿਲੀ ਵਾਰ ਲੰਬੀ ਹਲਕੇ ਦੇ ਲੋਕਾਂ ਨੇ ਖੁੱਲ੍ਹ ਕੇ ਵੋਟ ਪਾਈ ਹੈ, ਤਾਂ ਬਾਦਲ ਫੈਮਿਲੀ ਦੇ ਖਿਲਾਫ ਪਹਿਲਾ ਜਿਹੜਾ ਉਦੋਂ ਕਿਤੇ ਫਤਵਾ ਦਿੱਤਾ ਸੀ ਤੇ ਐਤਕੀ ਦਿੱਤਾ। ਖੁੱਡੀ ਸਾਹਿਬ, ਹੁਣ ਤੱਕ ਕਾਂਗਰਸ 'ਚ ਰਹੇ 2021 ਤੱਕ ਇਨ ਬਿਟਵੀਨ ਕਦੇ ਟਿਕਟ ਦੀ ਮੰਗ ਹੀ ਨਹੀਂ ਕੀਤੀ ਜਾਂ ਟਿਕਟ ਉਦੋਂ ਮਿਲੀ ਹੀ ਨਹੀਂ ਕਿਉਂਕਿ ਕਾਂਗਰਸ ਨੂੰ ਵੀ ਤਾਂ ਕੈਂਡੀਡੇਟ ਚਾਹੀਦਾ ਸੀ ਬਾਦਲਾਂ ਦੇ ਖਿਲਾਫ। ਨਹੀਂ, ਕਾਂਗਰਸ ਨੂੰ ਕੈਂਡੀਡੇਟ ਮੈਂ ਸਮਝਦਾ ਕੋਈ ਨਹੀਂ ਚਾਹੀਦਾ ਹੋਣਾ, ਕੋਈ ਇਹੋ ਜਿਹੀਆਂ ਗੱਲਾਂ ਕਰਦੇ ਸਨ। ਮੈਂ ਟਿਕਟ ਨਹੀਂ ਕਦੇ ਵੀ ਮੰਗੀ। ਸਰਦਾਰ ਮਹੇਸ਼ਿੰਦਰ ਸਿੰਘ ਬਾਦਲ ਚੋਣ ਲੜਦੇ ਸਨ, 3 ਚੋਣਾਂ ਉਹਨਾਂ ਨੇ ਲੜੀਆਂ। ਚੌਥੀ ਵਾਰ ਉਹ ਕਹਿੰਦੇ ਵੀ ਗੁਰਮੀਤ ਮੈਂ ਨਹੀਂ ਲੜਨੀ, ਤੂੰ ਲੜਨੀ ਹੈ। ਮੈਂ ਉਹਦੀ ਤਿਆਰੀ ਕਰਨ ਲੱਗ ਗਿਆ। ਉਸ ਵੇਲੇ ਕਾਂਗਰਸ ਹਾਈ ਕਮਾਂਡ ਨੇ ਵੀ ਮੇਰਾ ਫੈਸਲਾ ਕਰਨ ਦਾ ਸੋਚ ਲਿਆ। ਅਖਬਾਰਾਂ ਵਿੱਚ ਵੀ ਸਾਰੀ ਛਪ ਗਈ, ਉੱਥੇ ਲਿਸਟ ਵਿੱਚ ਵੀ ਹੋ ਗਿਆ। ਜਮਾਂ ਲਾਸਟ 'ਤੇ ਆ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਇਹ ਮੈਨੂੰ ਹਾਈ ਕਮਾਂਡ ਕਹਿੰਦੀ ਹੈ, ਮੈਂ ਲੜਨੀ ਹੈ ਬੇਟਾ, ਮੈਂ ਤੁਸੀਂ ਲੜ ਲਓ। ਅੱਜ ਇੱਥੋਂ ਤੱਕ ਗੱਲ ਹੋਈ ਹੈ, ਨਾ ਮੈਂ ਕੋਈ ਟਿਕਟ ਮੰਗੀ ਹੈ ਤੇ ਨਾ ਹੀ ਉਹਨਾਂ ਨੇ ਦਿੱਤੀ ਹੈ। ਕਾਂਗਰਸ ਸੰਜੀਦਾ ਨਹੀਂ ਸੀ ਇਸ ਹਲਕੇ ਨੂੰ ਲੈ ਕੇ।
ਕਿਤੇ ਇੰਜ ਤਾਂ ਨਹੀਂ ਲੱਗਦਾ ਸੀਗਾ ਕਿ ਜੇ ਪੇਚਾ ਕਿਉਂਕਿ ਖੁੱਡੀਆਂ ਨਾਲ ਬਾਦਲਾਂ ਦਾ ਪੈ ਗਿਆ ਤਾਂ ਕੋਈ ਰਿਜ਼ਲਟ ਜਿਹੜੇ ਨੇ ਹੋਰ ਆ ਸਕਦੇ ਨੇ? ਉਹ ਜਿਹੜੀ ਗੱਲ ਰਾਜਾ ਵੜਿੰਗ ਅੱਜ ਕਾਂਗਰਸ 'ਚ ਹੁੰਦਿਆਂ ਕਰਦੇ ਨੇ ਕਿ ਮਿਲ ਕੇ ਖੇਡਦੇ ਰਹੇ ਨੇ, ਬਾਦਲ ਸਾਰੇ ਹਾਰ ਗਏ ਨੇ, ਕੁਝ ਉਹੋ ਜਿਹਾ? ਮੈਨੂੰ ਇਹ ਵੀ ਉਮੀਦ ਹੈ ਜੇ ਪਿਛਲੀ ਵਾਰ ਵੀ ਕੰਮ ਹੋ ਸਕਦਾ ਸੀ ਜੇ ਉਹ ਚਾਹੁੰਦੇ, ਪਰ ਉਹਨਾਂ ਨੇ ਪਾਸੇ ਕਰਨਾ ਚਾਹਿਆ। ਬਸ ਕੈਪਟਨ ਅਮਰਿੰਦਰ ਸਿੰਘ ਦੇ ਕਵਰਿੰਗ ਸੀਗੇ ਤੁਸੀਂ, ਚੋਣ ਮੁਹਿੰਮ 'ਚ ਉਦੋਂ ਵੀ ਭਾਗ ਲਿਆ ਪੂਰਾ ਖੁੱਲ੍ਹ ਕੇ, ਪਰ ਕਿਤੇ ਲੱਗਦਾ ਸੀਗਾ ਧਿਆਨ ਹੀ ਨਹੀਂ ਦਿੱਤਾ ਗਿਆ ਜਾਂ ਮੈਚ ਫਿਕਸਿੰਗ ਸੀਗੀ, ਕੁਝ ਲੱਗਿਆ ਉਹ ਜਾਂ? ਇੱਕ ਨਾ ਬੇਦੀ ਸਾਹਿਬ, ਸਾਡਾ ਧੜਾ ਹੈ ਇੱਥੇ ਕੋਈ 30-35 ਹਜ਼ਾਰ ਵੋਟਾਂ ਦਾ, ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ। ਉਹ ਹਮੇਸ਼ਾ ਇਕਜੁੱਟ ਜੇ ਹੋ ਕੇ ਉਹਨੇ ਲੜਾਈ ਲੜੀ, ਬਾਦਲ ਵਾਲਿਆਂ ਦੇ ਖਿਲਾਫ ਲੜੀ, ਪਰ ਕਾਂਗਰਸ ਇਸ ਨੂੰ ਨਹੀਂ ਸਮਝਦੀ ਸੀ ਵੀ ਅਸੀਂ ਕੋਈ ਤਕੜੀ ਲੜਾਈ ਲੜੀਏ। ਇਹ ਕੇਜਰੀਵਾਲ ਹੋਰੀ ਜ਼ਰੂਰ ਸਮਝ ਗਏ ਸੀਗੀ ਵੀ ਕੁਛ ਨਾ ਕੁਛ ਹੋ ਸਕਦਾ। ਉਹਨਾਂ ਨੇ ਮੈਨੂੰ ਬੁਲਾਇਆ, ਗੱਲਬਾਤ ਚੱਲੀ, ਉਹ ਤਾਂ ਸਵੈਕੀ ਗੱਲਾਂ ਬਾਤਾਂ ਹੋਣ ਲੱਗੀਆਂ। ਉਸ ਤੋਂ ਬਾਅਦ ਦੁਬਾਰੇ ਜਦੋਂ ਮੈਨੂੰ ਕਹਿੰਦੇ ਵੀ ਤੁਸੀਂ ਆ ਜਾਓ ਮੇਰੇ ਨਾਲ, ਕਿੱਥੋਂ ਲੜਨਾ ਚਾਹੋਗੇ? ਮੈਂ ਹੀ ਲੜਨ ਨੂੰ ਕਿੱਥੋਂ ਸੌਖਾ ਹੈ, ਮੈਂ ਹੀ ਸੌਖਾ ਤਾਂ ਮੌੜ ਹਲਕਾ ਬਹੁਤ। ਅੱਜ ਮੌੜ ਦਾ ਜਿਹੜਾ ਉਮੀਦਵਾਰ ਮੇਰੇ ਨਾਲ 30-32 ਹਜ਼ਾਰ 'ਤੇ ਜਿੱਤਿਆ, ਉਹ ਮੈਂ ਵੀ ਇਸ 'ਤੇ ਹੁੰਦਾ, ਹੱਸ ਜੇ ਪਏ ਮੈਨੂੰ ਕਹਿੰਦੇ। ਪਰ ਮੈਂ ਕਿਹਾ ਨਹੀਂ ਜੀ, ਇਲੈਕਸ਼ਨ ਤਾਂ ਲੜੂ ਲੰਬੀ ਤੋਂ, ਜਦੋਂ ਕਦੇ ਲੜਿਆ, ਮੇਰੀ ਬਹੁਤ ਲੰਮੇ ਸਮੇਂ ਦੀ ਉਹਨਾਂ ਨਾਲ ਸੰਘਰਸ਼ ਲੜਾਈ ਹੈ। ਮੈਨੂੰ ਕਹਿੰਦੇ ਠੀਕ ਆ, ਬਸ ਆਹ ਗੱਲ ਹੋਈ ਹੈ, ਇਹਨੂੰ ਟਿਕਟ ਮੰਗੀ ਕਹਿ ਲਓ, ਉਹਨਾਂ ਵੱਲੋਂ ਦਿੱਤੀ ਕਹਿ ਲਓ। ਜਥੇਦਾਰ ਹੋਰਾਂ ਦੀ ਕਦੇ ਯਾਦ ਆਈ ਇਨ ਬਿਟਵੀਨ ਇਲੈਕਸ਼ਨ ਦੇ ਚੱਲਦੇ? ਉਹ ਹਮੇਸ਼ਾ ਹੀ ਯਾਦ ਰਹਿੰਦੇ। ਜੇ ਉਹਨਾਂ ਦੀ ਯਾਦ ਨੂੰ ਲੈ ਕੇ ਚੱਲਿਆ ਤਾਂ ਮੈਂ ਇੰਨੀ ਲੰਮੀ ਲੜਾਈ ਲੜੀ ਹੈ, ਬਹੁਤ ਔਖੀ ਅਤੇ ਸੰਘਰਸ਼ਮਈ ਸੀ, ਅਤੇ ਬੜੇ ਲਾਲਚ ਵੀ, ਬੜੇ ਦਬਾਅ ਵੀ, ਬੜੇ ਡਰਾਵੇ ਵੀ। ਉਹ ਸਭ ਕੁਛ ਹੀ ਮੈਂ ਇਹਨਾਂ ਦਾ ਜਿਹੜੇ ਮੈਂ ਕਹਿੰਦਾ ਵੀ ਲਾਈਟ ਸੀ ਜਾਂ ਸਿਰ 'ਤੇ ਹੱਥ ਸੀ, ਅਤੇ ਜਥੇਦਾਰ ਜੀ ਕਰਕੇ ਮੈਂ ਉਹਨਾਂ ਦੀ ਯਾਦ 'ਚ ਹੀ ਇਹ ਸਮਾਂ ਲਗਾਇਆ। ਜਿਹੜਾ ਕੁਛ ਉਹਨਾਂ ਦੇ ਕਰੈਕਟਰ 'ਚ ਸੀ, ਕਹਿੰਦੇ ਚੇਅਰਮੈਨ ਹੁੰਦਿਆਂ ਰਕਸ਼ੇ 'ਤੇ ਚਲੇ ਜਾਂਦੇ ਸੀ ਦਫ਼ਤਰ, ਕਹਿੰਦੇ ਬੱਸ ਲੈ ਲੈਂਦੇ ਸੀ, ਕਹਿੰਦੇ ਕਾਰ ਘਰੇ ਖੜੀ ਹੈ ਯਾਰ, ਕਿਉਂ ਐਵੇਂ ਉਹ ਤੇਲ ਫੂਕਣਾ, ਬੱਸ ਜਦੋਂ ਉੱਥੇ ਆਉਂਦੀ ਆ। ਕੁਛ ਉਹੋ ਜਿਹਾ ਕਰੈਕਟਰ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਵੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ 'ਚ ਜੇ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ? ਭਾਈ ਜੀ ਵੇਖੋ, ਜ਼ਿੰਮੇਵਾਰੀ ਸਮਾਂ, ਉਹ ਸਮਾਂ ਅਤੇ ਹੁਣ ਸਮੇਂ ਦਾ ਬਹੁਤ ਫਰਕ ਵੀ ਹੋ ਗਿਆ। ਜਿਹੜੀ ਜ਼ਿੰਮੇਵਾਰੀ ਹੋਊਗੀ ਉਹ ਮੈਂ ਬਿਲਕੁਲ ਜਥੇਦਾਰ ਜੀ ਵਾਂਗੂ ਪੂਰੀ ਇਮਾਨਦਾਰੀ ਨਾਲ ਨਿਭਾਊਂਗਾ। ਕਦੇ ਕੋਈ ਦੁਨੀਆ ਦਾ ਬੰਦਾ ਉਂਗਲ ਨਹੀਂ ਰੱਖ ਸਕੂਗਾ ਵੀ ਗੁਰਮੀਤ ਸਿੰਘ ਨੇ ਅੱਜ, ਚਾਹੇ ਮੇਰੀ MLA ਦੀ ਜ਼ਿੰਮੇਵਾਰੀ ਹੈ। ਮੈਂ ਹੁਣ ਵੀ ਜਿਹੜੇ ਮੇਰੇ ਅਫਸਰ ਸਾਹਿਬਾਨ ਆ ਕੇ ਮਿਲ ਕੇ ਜਾਂਦੇ, ਮੈਨੂੰ ਕਹਤਾ ਵੀ 1 ਰੁਪਈਏ ਦਾ ਲੈਣ ਦੇਣ ਨਹੀਂ ਹੋਣਾ। ਮੇਰੀ ਨਾਰਾਜ਼ਗੀ ਬਾਅਦ 'ਚ ਹੋਊ ਤੁਹਾਡੇ ਨਾਲ ਜੇ ਕੋਈ ਗਲਤ ਗੱਲ ਹੋ ਗਈ। ਜੇ ਕੋਈ ਮੇਰਾ ਨਾਂ ਲੈ ਕੇ ਇਹੋ ਜਿਹੀ ਗੱਲ ਕਰਦਾ, ਤੁਸੀਂ ਚਾਹੇ ਉਹਦੇ 'ਤੇ ਪਰਚਾ ਕੱਢ ਦਿਓ, ਚਾਹੇ ਮੈਨੂੰ ਪਹਿਲਾਂ ਸੰਪਰਕ ਕਰਕੇ ਨਿਬੇੜ ਦਿਓ। ਕਿਤੇ ਇੰਜ ਵੀ ਲੱਗਦਾ ਹੈਗਾ ਕਿ ਇੱਕ ਪਾਸੇ ਇੰਨਾ ਤਾਮ ਝਾਮ, ਇੰਨਾ ਸਾਰਾ ਕੁਛ, ਅਤੇ ਦੂਸਰੇ ਪਾਸੇ ਖੁੱਡੀਆਂ ਆਮ ਹੀ ਵਿਚਰ ਗਿਆ। ਜੇ ਮੇਰੇ ਖਿਆਲ 'ਚ ਪੈਸੇ ਨਾਲ ਉਹ ਹੁੰਦਾ ਤਾਂ ਮੁਕਾਬਲਾ ਹੋ ਜਾਂਦਾ। ਸੋਚਦੇ ਕਿਉਂ ਹੈ ਅਜਿਹੀ ਜਿੱਤ ਨੂੰ, ਸੋਚਦੇ ਕਿਵੇਂ ਹੋ? ਇਹ ਦੁਨੀਆ ਨੂੰ ਸਮਝ ਲੈਣਾ ਚਾਹੀਦਾ, ਪੈਸਾ ਹਰ ਇੱਕ ਤਾਂ ਜ਼ਰੂਰੀ ਨਹੀਂ। ਮੈਂ ਇੱਕ ਮੱਧ ਵਰਗੀ ਕਿਸਾਨ ਪਰਿਵਾਰ 'ਚ ਜੰਮਿਆ ਪਲਿਆ, ਘਰ ਦੇ ਖਰਚੇ ਪਾਣੀ ਚੱਲਣ ਜੋਗੀ ਜਾਇਦਾਦ ਜ਼ਰੂਰ ਹੈ, ਪਰ ਐਡੇ ਵੱਡੇ ਬੰਦੇ ਨਾਲ ਜਿਹਦੇ ਕੋਲ ਅਰਬਾਂ ਰੁਪਈਏ ਹੋਵੇ, ਉਹਦੇ ਨਾਲ ਇਲੈਕਸ਼ਨ ਲੋਕਾਂ ਵੱਲੋਂ ਲੜਾਉਣਾ ਅਤੇ ਪੈਸੇ ਦੀ ਲੋੜ ਨਾ ਪੈਣੀ। ਮੈਂ ਕੋਈ ਕਿੱਲਾ ਮਰਲਾ ਜ਼ਮੀਨ ਨਹੀਂ ਵੇਚੀ, ਅਤੇ ਮੈਂ ਜੇ ਸਾਰਾ ਮੇਰਾ ਹਿੱਸਾ ਆਉਂਦਾ ਮੈਂ ਵੇਚ ਦੇਵਾਂ ਅਤੇ ਬਾਦਲ ਸਾਹਿਬ ਨਾਲ ਤਾਂ ਵੀ ਨਹੀਂ ਲੜ ਜਾ ਸਕਦਾ ਸੀ। ਇਹ ਲੋਕਾਂ ਦੀ ਵੱਡੀ ਕਿਰਪਾ ਹੈ, ਅਤੇ ਇਹ ਲੋਕਾਂ ਨੂੰ ਇਸ ਗੱਲ ਤੋਂ ਸਮਝ ਵੀ ਲੈਣਾ ਚਾਹੀਦਾ। ਜੇ ਬੰਦਾ ਕੋਈ, ਮੈਨੂੰ ਇੱਕ ਵਾਰੀ ਇੱਕ ਮਹਾਂਪੁਰਸ਼ ਜੀ ਮਿਲੇ, ਉਹ ਕਹਿੰਦੇ ਵੀ ਗੁਰਮੀਤ ਸਿੰਘ ਨੱਕ ਦੀ ਸੇਧ ਨੂੰ ਤੁਰੇ ਜਾਣਾ ਚਾਹੀਦਾ, ਆਸੇ ਪਾਸੇ ਵੇਖਣ ਦੀ ਲੋੜ ਨਹੀਂ, ਦ੍ਰਿੜ ਇਰਾਦਾ ਹੋਵੇ। ਤੁਹਾਡੇ ਮਨ ਨੂੰ ਪਤਾ ਤੁਹਾਡੇ ਵਿੱਚ ਔਗਣ ਕਿੰਨੇ ਆ, ਤੁਹਾਡੇ ਮਨ ਨੂੰ ਪਤਾ ਕੋਈ ਗੁਣ ਵੀ ਕਰ ਸਕਦੇ ਹੋ। ਲੋਕਾਂ ਵੱਲੋਂ ਤਾਂ ਇੱਕ ਸ਼ੀਸ਼ਾ ਮਸ਼ੀਨ ਹੀ ਹੁੰਦੀ ਹੈ, ਪਰ ਤੁਹਾਨੂੰ ਜ਼ਿਆਦਾ ਪਤਾ ਹੁੰਦਾ। ਉਹ ਤੁਸੀਂ ਸੋਚਣਾ ਵੀ ਮੈਂ ਕੀ ਕਰਨਾ ਨਹੀਂ ਕਰਨਾ। ਅਤੇ ਮੈਂ ਇਹ ਸਮਝਦਾ ਜੇ ਬੰਦਾ ਤੁਰਿਆ ਜਾਵੇ ਤਾਂ ਮੰਜ਼ਿਲ ਕਿਤੇ ਨਾ ਕਿਤੇ ਜ਼ਰੂਰ ਮਿਲ ਜਾਂਦੀ ਹੈ। ਖੁੱਡੀਆਂ ਸਾਹਿਬ, ਕਿਤੇ ਇੰਜ ਵੀ ਲੱਗਦਾ ਹੈਗਾ ਕਿ ਜਿਹੜਾ ਕੁਛ ਹੋ ਗਿਆ, ਮਨਪ੍ਰੀਤ ਬਾਦਲ ਹਾਰ ਗਏ, ਸੁਖਬੀਰ ਹਾਰ ਗਏ, ਪ੍ਰਕਾਸ਼ ਸਿੰਘ ਬਾਦਲ ਆਪ ਹਾਰ ਗਏ, ਕਿਹੋ ਜਿਹੀ ਵਿਧਾਨ ਸਭਾ ਦੀ ਜਿਹੜੀ ਸਿਚੁਏਸ਼ਨ ਜਿਹੜੀ ਆ ਉਹ ਕਿਹੋ ਜਿਹੀ ਹੋਊਗੀ? ਲੋਕ ਤਾਂ ਕਮੈਂਟ ਕਰੀ ਜਾਂਦੇ ਨੇ, ਕਹਿੰਦੇ ਯਾਰ 2-4 ਤਾਂ ਰੱਖ ਲੈਣੇ ਸੀਗੇ ਜਿਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਉੱਤੇ। ਜੇ ਉਹੇ ਜਿਹੇ ਰੱਖੇ ਜਾਂਦੇ ਸ਼ਾਇਦ ਫਿਰ ਵਿਧਾਨ ਸਭਾ 'ਚ ਸਾਨੂੰ ਵੀ ਉਹੇ ਜਿਹਿਆਂ ਦੀ ਜਾਗ ਲੱਗ ਜਾਣੀ ਸੀ। ਚੰਗਾ ਹੋਇਆ ਨਵੇਂ ਉਹਦੇ ਵਿੱਚ ਆ, ਅਤੇ ਕੋਈ ਚੰਗਾ ਕੰਮ ਕਰਨ ਲਈ ਔਰ ਲੋਕਾਂ ਤੋਂ ਡਰਦੇ ਰਹਾਂਗੇ। ਮੈਂ ਇਹ ਸਮਝਦਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਇਕੱਲੀ ਆਪ ਦਾ
ਇਹ ਨਹੀਂ ਨੁਕਸਾਨ ਜਾਂ ਸੁਖਬੀਰ ਹੋਰਾਂ ਨੇ ਕਰ ਲਿਆ। ਜਿਹੜਾ ਸ਼੍ਰੋਮਣੀ ਅਕਾਲੀ ਦਲ ਬੜੀ ਲੋਕਾਂ ਦੀ ਕੁਰਬਾਨੀ ਵਾਲਿਆਂ ਦੀ ਜਜ਼ਬੇ ਵਾਲਿਆਂ ਦੀ ਪਾਰਟੀ ਸੀ। ਕੋਈ ਅਕਾਲੀ ਜਿਹੜੇ ਪੁਰਾਣੇ ਸੀ ਸੋਚਦੇ ਨਹੀਂ ਸੀ ਵੀ ਸਾਨੂੰ ਕੋਈ ਆਮਦਨ ਹੋਵੇ। ਉਹਨਾਂ ਨੂੰ ਪਾਸੇ ਕਰਕੇ ਇੱਕ ਪਰਿਵਾਰਕ ਕਾਰੋਬਾਰੀਆਂ ਦੀ ਤੇ ਰਿਸ਼ਤੇਦਾਰੀਆਂ ਦੀ ਪਾਰਟੀ ਬਣਾ ਲਈ। ਸਮਾਂ ਬੀਤਦਾ ਗਿਆ, ਬਹੁਤ ਕੁਝ ਪ੍ਰਾਪਤ ਉਹਨਾਂ 'ਚੋਂ ਚਾਹੇ ਕਰ ਲਿਆ। ਅੱਜ ਉਹ ਸਾਰਾ ਕੁਝ ਸਵਾਹ ਹੈ। ਕਾਰਨ ਹੈ ਅੱਜ ਜਿਹੜੀ ਸਾਡੀ ਵਿਧਾਨ ਸਭਾ ਹੈ ਉਹਦੇ ਵਿੱਚ ਸਧਾਰਨ ਘਰਾਂ ਦੇ ਜੰਮੇ ਜਾਏ ਲੋਕ ਆ, ਜਿਹੜੇ ਲੋਕਾਂ ਦੇ ਪ੍ਰਤੀਨਿਧ ਬਣੇ ਆ। ਵਿਧਾਨ ਸਭਾ ਬਾਦਲ ਫਰੀ ਹੈ। ਵਿਧਾਨ ਸਭਾ ਵਿੱਚ ਕੋਈ ਜੀਜਾ ਸਾਲਾ ਨਹੀਂ, ਕੋਈ ਚਾਚਾ ਭਤੀਜਾ ਨਹੀਂ, ਕੋਈ ਇਸ ਤਰ੍ਹਾਂ ਦੀ ਜਵਾਈ ਨਹੀਂ। ਇਹੋ ਜਿਹੇ ਰਿਸ਼ਤੇਦਾਰਾਂ ਦੀ ਵਿਧਾਨ ਸਭਾ ਨਹੀਂ। ਵਿਧਾਨ ਸਭਾ ਲੋਕਾਂ ਦੇ ਚੁਣੇ ਹੋਏ ਸਧਾਰਨ ਲੋਕਾਂ ਦੇ ਨੁਮਾਇੰਦਿਆਂ ਦੀ। ਜਥੇਦਾਰ ਜਗਦੇਵ ਸਿੰਘ ਹੋਰਾਂ ਦੇ ਪੁਰਾਣੇ ਸਾਥੀ ਬਹੁਤ ਨੇ। ਅਸੀਂ ਦੇਖਿਆ ਮੁਕਤਸਰ ਤੋਂ ਲੈ ਕੇ ਇੱਧਰਲੇ ਏਰੀਏ ਤੱਕ ਉਹਨਾਂ ਦੀ ਹਰ ਗੱਲ ਜਿਹੜੀ ਆ ਉਹ ਯਾਦ ਰੱਖਦੇ ਨੇ। ਕਿਤੇ ਉਹਨਾਂ ਦੀ ਜਿਹੜੀ ਮੌਤ ਹੈ ਜਿਹੜੀ ਉਹ ਰਹੱਸ ਬਣੀ ਹੋਈ ਹੈਗੀ ਆ। ਕਿਤੇ ਉੱਧਰ ਵੀ ਗੁਰਮੀਤ ਖੁੱਡੀਆਂ ਵਾਲ, ਕਦੇ ਉੱਧਰ ਵੀ ਤੁਸੀਂ ਦੇਖਿਆ ਹੈਗਾ ਚਾਰਾ ਕਰਕੇ, ਯਾਰ ਪਤਾ ਤਾਂ ਲੱਗੇ ਰੀਜ਼ਨ ਕੀ ਰਹੇ ਨੇ ਜਾਂ ਕੁਝ ਇਸ ਤਰ੍ਹਾਂ ਦੀ। ਜੱਜ ਸਾਹਿਬ ਜਸਟਿਸ HS ਰਾਏ ਕਾਫੀ ਲੰਮਾ ਸਮਾਂ ਉਹਨਾਂ ਨੇ ਮਿਹਨਤ ਕਰਕੇ ਕਮਿਸ਼ਨ ਬਣਿਆ ਸੀ। ਉਹਨਾਂ ਨੇ ਰਿਪੋਰਟ ਤਿਆਰ ਕੀਤੀ ਸੀ। ਫਾਈਂਡਿੰਗ ਰਿਪੋਰਟ ਉਹਨਾਂ ਦੀ ਸੀ ਕਿ ਪੋਲੀਟੀਕਲ ਮਰਡਰ ਹੈ। ਇਹਦੀ ਕੋਈ ਜਿਹੜੀ ਟੌਪ ਦੀ ਏਜੰਸੀ ਉਹਦੀ ਇਨਕੁਆਇਰੀ ਕਰੇ। CBI ਆਈ ਵੀ ਸੀ ਪਰ ਉਹਨੇ ਬਾਅਦ 'ਚ ਕੋਈ ਫਾਈਂਡਿੰਗ ਰਿਪੋਰਟ ਨਹੀਂ ਦਿੱਤੀ। ਇਹਦੇ ਪਿੱਛੇ ਕੌਣ ਆ, ਕੀ ਹੈ, ਚਲੋ ਸਮਾਂ ਆਊਗਾ, ਹੌਲੀ ਹੌਲੀ ਇਹ ਵੀ ਪਤਾ ਲੱਗ। ਕੋਸ਼ਿਸ਼ ਕਰੋਗੇ ਇਸ ਸਰਕਾਰ ਦੇ ਵਿੱਚ? ਕੋਸ਼ਿਸ਼ ਹੀ ਕਰਨੀ, ਹੋਰ ਕਰਨੇ। ਮੈਂ ਨਾ ਕਰੂੰ ਤਾਂ ਹੋਰ ਕੌਣ ਕਰੂਗਾ। ਖੁੱਡੀ ਸਾਹਿਬ, ਲਾਸਟ ਗੱਲ, ਸਭ ਤੋਂ ਪਹਿਲਾ ਕਦਮ ਖੁੱਡੀਆਂ ਦਾ ਲੰਬੀ 'ਚ ਕੀ ਹੋਊ? ਕਿਉਂਕਿ ਲੰਬੀ ਵਾਲਿਆਂ ਦੀ ਐਕਸਪੈਕਟੇਸ਼ਨ ਵੀ ਜ਼ਿਆਦਾ ਹੋਣੀਆਂ ਨਾ। 5000 ਦਾ ਮੁੱਖ ਮੰਤਰੀ ਦਿੱਤਾ। ਸਭ ਤੋਂ ਪਹਿਲਾ ਕਦਮ ਗੁਰਮੀਤ ਸਿੰਘ ਖੁੱਡੀਆਂ ਹੋਰੀ ਕੀ ਚੱਕਣਗੇ ਲੰਬੀ? ਮੁੱਖ ਮੰਤਰੀ ਲੋਕਾਂ ਨੂੰ ਵੈਸੇ ਹੀ ਲਾਰੇ ਲੱਪਿਆਂ ਦੇ ਨਾਲ ਆਪਦਾ ਟਾਈਮ ਟਪਾ ਗਿਆ। ਜੇ ਕੁਝ ਕੀਤਾ ਹੁੰਦਾ ਤਾਂ ਮੈਨੂੰ MLA ਨਹੀਂ ਲੋਕ ਬਣ ਦਿੰਦੇ ਸੀ। ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ MLA ਹੋਣ ਦੇ ਨਾਂ 'ਤੇ। ਆਪਣੇ ਸਾਰੇ ਹਲਕੇ ਨੂੰ ਮੈਂ ਜਵਾਬਦੇਹ ਹਾਂ। ਜੋ ਮੇਰੇ ਜ਼ਿੰਮੇ ਕੰਮ ਆਉਣਗੇ ਮੈਂ ਉਹਨਾਂ ਨੂੰ ਪੂਰੀ ਇਮਾਨਦਾਰੀ ਨਾਲ ਬਾਖੂਬੀ ਨਿਭਾਊਂਗਾ। ਸੋ ਇਹ ਸਨ ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੂਰੇ ਤੌਰ 'ਤੇ ਪੂਰੀ ਜ਼ਿੰਮੇਵਾਰੀ ਨਿਭਾ ਕੇ ਕੰਮ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਗੁਰਮੀਤ ਸਿੰਘ ਖੁੱਡੀਆਂ ਨਾ ਚੁਣੇ ਜਾਂਦੇ। ਉਹ ਕਹਿੰਦੇ ਜਿਹੜੇ ਲੰਬੀ ਹਲਕੇ ਦੇ ਕੰਮ ਨੇ ਇਮਾਨਦਾਰੀ ਨਾਲ ਔਰ ਪਹਿਲ ਦੇ ਆਧਾਰ 'ਤੇ ਹੋਣਗੇ। ਆਉਣ ਵਾਲੇ ਸਮੇਂ ਦੇ ਵਿੱਚ ਹੌਟ ਸੀਟ ਦੇ ਉੱਤੇ ਹੋਰ ਨਜ਼ਰ ਜਿਹੜੀ ਆ ਉਹ ਬਣੀ ਰਹੇਗੀ। ਜਗਬਾਣੀ ਲਈ ਕੁਲਦੀਪ ਸਿੰਘ ਰਿਨੀ, ਪਿੰਡ ਖੁੱਡੀਆਂ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।